एडवांटेजेस दो इच देतियां, एक डिसएडवांटेज इच देती, उहदे नाल क्लैरिटी नहीं पता लगदी। किते ना किते वो बच्चे एडवांटेज डिसएडवांटेज दा ऐसे ही लेके आ जाते हैं, आउट वे वाली सेंस जिहड़ी नहीं कंप्लीट होती, जिहदे करके उन्हां दे टास्क अचीवमेंट दे जिहड़े बैंड आ वो कट्टे जाते हैं। सत श्री अकाल जी सारिਆਂ ਨੂੰ, स्वागत है एक बार फिर तो तुहाडे अपने YouTube चैनल दे उत्ते IELTS जर्नी 46। ਤੇ ਦੋਸਤੋ ਤੁਹਾਨੂੰ ਪਤਾ ਹੈ ਇਸ ਚੈਨਲ ਦਾ ਸਿਰਫ ਇੱਕੋ ਇੱਕ ਮੋਟਿਵ ਆ ਕਿ ਉਹਨਾਂ ਸਟੂਡੈਂਟਸ ਦੀ ਹੈਲਪ ਕਰਨਾ ਜਿਹੜੇ ਸਟੂਡੈਂਟਸ ਘਰ ਬੈਠ ਕੇ ਆਪਣੇ IELTS ਦੀ ਪ੍ਰੈਪਰੇਸ਼ਨ ਜਿਹੜੀ ਉਹ ਕਰਨੀ ਚਾਹੁੰਦੇ ਆ ਤੇ ਉਹ ਇਸ ਚੈਨਲ ਦੀ ਹੈਲਪ ਲੈ ਕੇ बिल्कुल सही तरीके दे नाल जेकर उन्हां स्टैप्स नूं फॉलो करदे आ ते तुहानूं किते भी अपने किसी इंस्टीट्यूट नूं ज्वाइन करन दी लोड़ नहीं है। तुसीं घर बैठ के सिर्फ प्रैपरेशन कर सकदे हो, तुहानूं बिल्कुल सही गाइडेंस मिलूगी। ते इहदे रिलेटेड मैं तुहानूं एक चीज़ होर दसना चाहूँगा कि काफ़ी सारे स्टूडेंट दे बहुत ज़्यादा पॉजिटिव रिजल्ट आ रहे हैं। कल एक स्टूडेंट का रिजल्ट आया, उहदे 7 बैंड आए स्पीकिंग चों। सो ये चीज़ इस तरह के कमेंट पढ़ के बहुत खुशी हुंदी है कि मैं इस चैनल के थ्रू तुहाडी जिहड़ी आ ओह हैल्प कर पा रहा वां। ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਜੇਕਰ ਹੋਰ ਬੱਚੇ ਇਸ ਚੈਨਲ ਦੇ ਨਾਲ ਜੁੜਨਗੇ, ਹੈਲਪ ਲੈਣਗੇ ਤੇ ਆਪਣੇ ਬੈਂਡ ਸਕੋਰ ਜਿਹੜੇ ਇੰਪਰੂਵ ਕਰਨਗੇ ਤੇ ਆਪਣੇ ਬਾਹਰ ਜਾਣ ਦਾ ਜਿਹੜਾ ਸੁਪਨਾ ਉਹ ਪੂਰਾ ਕਰ ਸਕਦੇ ਆ। ਸੋ ਇਸੇ ਤਰ੍ਹਾਂ ਜ਼ਿਆਦੀਆਂ ਗੱਲਾਂ ਨਾ ਕਰਦੇ ਹੋਏ ਅੱਜ ਦਾ ਜਿਹੜਾ ਮੇਨ ਟੌਪਿਕ ਆ ਉਹ ਆ ਆਊਟਵੇ ਐਸੇ ਟਾਈਪ टास्क 2 ਜਿਹੜਾ ਮਤਲਬ ਰਾਈਟਿੰਗ ਮੋਡਿਊਲ ਦਾ ਜਿਹੜਾ ਪਾਰਟ ਆ। ਆਊਟਵੇ ਕੁਐਸਚਨ ਟਾਈਪ ਚ ਬਹੁਤ ਸਾਰੇ ਸਟੂਡੈਂਟ ਨੂੰ ਪ੍ਰੋਬਲਮ ਆਉਂਦੀ ਆ, ਇਹ ਚ ਕਿੰਨੇ ਬੋਡੀ ਪੈਰਾਗ੍ਰਾਫ ਬਣਾਉਣੇ ਚਾਹੀਦੇ ਆ। ਮੇਨ ਜਿਹੜੀ ਪ੍ਰੋਬਲਮ ਆ ਉਹ ਇਹ ਆਉਂਦੀ ਆ ਸਟੂਡੈਂਟਸ ਨੂੰ ਕਿ ਸਰ ਕਿੰਨੇ ਬੋਡੀ ਪੈਰਾਗ੍ਰਾਫ ਵਿੱਚ ਬਣਾਉਣੇ ਚਾਹੀਦੇ ਆ। ਸੋ ਇਸ ਚੀਜ਼ ਬਾਰੇ ਆਪਾਂ ਸਾਰੀ ਗੱਲ ਕਰਾਂਗੇ। ਥੀਸਿਸ ਸਟੇਟਮੈਂਟ ਕੀ ਲਿਖਣੀ ਚਾਹੀਦੀ ਆ ਉਹ ਸਾਰੀ ਆਪਾਂ ਗੱਲਬਾਤ ਇਸ वीडियो दे विच करांगे। सो वीडियो शुरू करने तो पहला रिक्वेस्ट है कि चैनल को सबसक्राइब जरूर करियो, शेयर करियो अपने दोस्तों दे नाल तां जो इस तरह की वैल्यूएबल इन्फॉर्मेशन जिहड़ी दूसरे स्टूडेंट तक पहुंच सके ते वो अपने IELTS दा एग्जाम जिहड़ा वो क्लीयर कर सकन। चैनल को सबसक्राइब जरूर करियो। हुण वीडियो की शुरुआत करते हैं ते तुसीं वाइट बोर्ड ते देख सकते हो कि जेकर आपां नूं नॉर्मल ऐसे आ जाए कि डिस्कस द पॉजिटिव एंड नेगेटिव साइड ऑफ दिस ट्रेंड, जो भी मतलब अपनी क्वेश्चन टाइप है, फिर तो ਉਹਦੇ ਵਿੱਚ क्लीयर कट पता आपां नूं कि एक BP ਦੇ ਵਿੱਚ ਆਪਾਂ ਐਡਵਾਂਟੇजेस ਲਿਖਣੀ ਹੈ ਤੇ ਇੱਕ BP ਦੇ ਵਿੱਚ ਆਪਾਂ ਡਿਸਐਡਵਾਂਟੇजेस ਲਿਖਣੀ ਹੈ। ਸਿੰਪਲ ਆ। ਬਟ ਜਦੋਂ ਆ ਵਰਡ ਵਿੱਚ ਐਡ ਹੋ ਜਾਂਦਾ, ਮਤਲਬ ਆਊਟਵੇ ਵਰਡ ਜਦੋਂ ਵਿੱਚ ਐਡ ਹੋ ਜਾਂਦਾ ਆ, ਦੈਨ ਐਗਜ਼ਾਮੀਨਰ ਤੁਹਾਨੂੰ ਪੁੱਛ ਰਿਹਾ ਵਾ कि ਤੁਹਾਨੂੰ ਕੀ ਲੱਗਦਾ ਹੈ ਕਿ ਇਹਦੀਆਂ ਐਡਵਾਂਟੇजेस ਜ਼ਿਆਦੀਆਂ ਜਾਂ ਡਿਸਐਡਵਾਂਟੇजेस ਜ਼ਿਆਦੀਆਂ। ਠੀਕ ਹੈ। ਸੋ ਇਸ ਚੀਜ਼ ਨੂੰ ਕਲੀਅਰ ਤਰੀਕੇ ਨਾਲ ਸਮਝੋ। ਜਦੋਂ ਇਹ ਵਰਡ ਵਿੱਚ ਐਡ ਹੋ ਜਾਂਦਾ ਹੈ ਦੈਨ ਕੁਐਸਚਨ ਟਾਈਪ ਕਿਸੇ ਹੱਦ ਤੱਕ ਜਿਹੜੀ ਉਹ ਚੇਂਜ ਹੋ ਜਾਂਦੀ ਆ। ਮਤਲਬ ਕਿ ਐਗਜ਼ਾਮੀਨਰ ਤੁਹਾਨੂੰ ਪੁੱਛ ਰਿਹਾ ਕਿ ਤੁਹਾਨੂੰ ਕੀ ਲੱਗਦਾ ਹੈ ਇਹਦੀਆਂ ਐਡਵਾਂਟੇजेस ਜ਼ਿਆਦੀਆਂ, ਮਤਲਬ ਜਾਂ ਕਿ ਇਹਦੀਆਂ ਪੋਜ਼ਿਟਿਵ ਸਾਈਡ ਜ਼ਿਆਦੀਆਂ ਜਾਂ ਇਹਦੀਆਂ ਨੈਗੇਟਿਵ ਸਾਈਡ ਜ਼ਿਆਦੀਆਂ। ਸੋ ਜਦੋਂ ਵੀ ਇਹ ਵਰਡ ਤੁਹਾਡੇ ਐਸੇ ਦੇ ਵਿੱਚ ਐਡ ਹੋ ਗਿਆ ਦੈਨ ਤੁਹਾਡਾ ਜਿਹੜਾ ਬੋਡੀ ਜਿਹੜਾ ਐਸੇ ਦਾ ਸਟਰਕਚਰ ਆ ਉਹ ਬਿਲਕੁਲ ਆ ਹੋਣਾ ਚਾਹੀਦਾ। ਦਿਸ ਇਜ਼ ਦਾ ਕਰੈਕਟ ਵੇ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਐਸੇ ਨੂੰ ਡਿਜ਼ਾਈਨ ਕਰੋਗੇ। ਹੁਣ ਤੁਸੀਂ ਕਈ ਸਟੂਡੈਂਟ ਕਹਿਣ ਲੱਗ ਪਏ ਸਰ ਜੀ ਬੋਡੀ ਪੈਰਾਗ੍ਰਾਫ 3 ਬਣਾਵਾਂਗੇ ਦੈਨ ਐਸੇ ਤੇ ਫਿਰ ਸਾਡਾ 350 ਵਰਡ ਦਾ ਬਣ ਜਾਊਗਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ। ਬੋਡੀ ਪੈਰਾਗ੍ਰਾਫ 3 ਦੇ ਵਿੱਚ ਤੁਸੀਂ ਜਸਟ ਕੀ ਲਿਖਣਾ ਹੈ ਉਹ ਮੈਂ ਤੁਹਾਨੂੰ ਅੱਗੇ ਐਕਸਪਲੇਨ ਕਰੂੰਗਾ। ਸਿਰਫ 2 ਤੋਂ 3 ਲਾਈਨਾਂ ਲਿਖਣੀਆਂ ਸਿਰ ਤੋਂ ਹੀ। ਹੁਣ ਵੇਖੋ ਪੰਜਾਬੀ ਦੇ ਵਿੱਚ ਬਿਲਕੁਲ ਠੇਠ ਪੰਜਾਬੀ ਤੁਹਾਨੂੰ ਸਮਝਾ ਰਿਹਾ। ਜੇਕਰ ਤੁਹਾਨੂੰ ਕੋਈ ਪੁੱਛੇ ਕਿ ਇਹਦੇ ਫਾਇਦੇ ਜ਼ਿਆਦੇ ਆ ਕਿ ਨੁਕਸਾਨ ਜ਼ਿਆਦੇ ਆ ਫਿਰ ਤੇ ਸਿੰਪਲ ਚੀਜ਼ ਆ। ਬਟ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਪੁੱਛੇ ਇਹਦੇ ਕਿੰਨੇ ਕੁ ਫਾਇਦੇ ਆ ਤੇ ਕਿੰਨੇ ਕੁ ਨੁਕਸਾਨ ਆ ਦੈਨ ਫਿਰ ਆਪਾਂ ਉਹਨੂੰ ਵੇਟੇਜ ਕਰਕੇ ਦੱਸਾਂਗੇ ਨਾ ਕਿ ਇਹਦੇ ਫਾਇਦੇ ਕਿੰਨੇ ਆ ਤੇ ਇਹਦੇ ਨੁਕਸਾਨ ਕਿੰਨੇ ਆ। ਸੋ ਬੇਸਿਕਲੀ ਤੁਸੀਂ ਜਿਸ ਤਰ੍ਹਾਂ ਟਾਸਕ 2 ਲਿਖਦੇ ਹੋ ਤੁਸੀਂ ਉਸੇ ਤਰ੍ਹਾਂ ਇੰਟਰੋਡਕਸ਼ਨ ਲਿਖਣੀ ਆਪਣੀ। ਥੀਸਿਸ ਸਟੇਟਮੈਂਟ ਕਿਵੇਂ ਲਿਖਣੀ ਹੈ ਉਹ ਵੀ ਤੁਹਾਨੂੰ ਮੈਂ ਇਸ ਵੀਡੀਓ ਦੱਸੂਗਾ। ਸਿਰਫ ਵੀਡੀਓ ਨੂੰ ਦੇਖਦੇ ਰਹੋ, ਸਕਿਪ ਨਾ ਕਰਿਓ। ਠੀਕ ਹੈ। ਤੁਸੀਂ ਇੰਟਰੋਡਕਸ਼ਨ ਲਿਖਣੀ ਹੈ, ਪੈਰਾਫਰੇਜ਼ਿੰਗ ਕਰਨੀ ਹੈ, ਥੀਸਿਸ ਸਟੇਟਮੈਂਟ ਲਿਖਣੀ ਹੈ। ਸਪੋਜ਼ ਕਰੋ ਤੁਹਾਡੇ ਕੋਲ ਕੋਈ ਟੌਪਿਕ ਆ ਜਾਂਦਾ ਤੁਹਾਨੂੰ ਲੱਗਦੀ ਹੈ ਉਹਦੀਆਂ ਐਡਵਾਂਟੇजेस ਜ਼ਿਆਦੀਆਂ ਆ ਦੈਨ ਤੁਸੀਂ ਜਿਹੜੇ 2 BP ਆ ਉਹ ਉਹਦੇ ਪੋਜ਼ਿਟਿਵ ਲਿਖਣੇ ਆ। ਠੀਕ ਆ। ਹੁਣ ਕਈ ਕੀ ਕੀਤਾ ਜਾਂਦਾ, ਕਈ ਸੈਂਟਰਸ ਵੱਲੋਂ ਸਟੂਡੈਂਟ ਨੂੰ ਇਹ ਪੜਾਇਆ ਜਾਂਦਾ ਵਾ ਕਿ ਤੁਸੀਂ ਕੀ ਕਰਨਾ ਬੋਡੀ ਪੈਰਾਗ੍ਰਾਫ 1 ਲਿਖੋ, ਇਹਦੇ ਵਿੱਚ ਕੀ ਲਿਖੋ, ਇਹਦੇ ਵਿੱਚ ਐਡਵਾਂਟੇजेस 1 ਦੇ ਦਿਓ ਤਾਂ ਦੂਸਰੀ ਐਡਵਾਂਟੇਜ ਵੀ ਇਹਦੇ ਵਿੱਚ ਦੇ ਦਿਓ ਤੇ ਇੱਕ ਤੁਸੀਂ ਜਿਹੜਾ BP 2 ਉਹ ਡਿਸਐਡਵਾਂਟੇਜ ਦਾ ਬਣਾ ਲਓ। ਸੋ ਇਹਦੇ ਵਿੱਚ ਨਹੀਂ ਪਤਾ ਲੱਗਦਾ ਆਪਾਂ ਨੂੰ ਕਿ ਐਡਵਾਂਟੇजेस 2 ਚ ਦੇਤੀਆਂ ਇੱਕ ਡਿਸਐਡਵਾਂਟੇਜ ਚ ਦੇਤੀ, ਉਹਦੇ ਨਾਲ ਕਲੈਰਿਟੀ ਨਹੀਂ ਪਤਾ ਲੱਗਦੀ। ਕਿਤੇ ਨਾ ਕਿਤੇ ਉਹ ਬੱਚੇ ਐਡਵਾਂਟੇਜ ਡਿਸਐਡਵਾਂਟੇਜ ਦਾ ਐਸੇ ਹੀ ਲੈ ਕੇ ਆ ਜਾਂਦੇ ਆ। ਆਊਟਵੇ ਵਾਲੀ ਸੈਂਸ ਜਿਹੜੀ ਉਹ ਨਹੀਂ ਕੰਪਲੀਟ ਹੁੰਦੀ, ਜਿਹਦੇ ਕਰਕੇ ਉਹਨਾਂ ਦੇ ਟਾਸਕ ਅਚੀਵਮੈਂਟ ਦੇ ਜਿਹੜੇ ਬੈਂਡ ਆ ਉਹ ਕੱਟੇ ਜਾਂਦੇ ਆ। ਠੀਕ ਹੈ। ਇਸ ਚੀਜ਼ ਨੂੰ ਧਿਆਨ ਚ ਰੱਖਿਓ। ਸੋ ਤੁਸੀਂ ਕੀ ਕਰਨਾ ਆ, ਜੇਕਰ ਤੁਹਾਨੂੰ ਲੱਗਦਾ ਐਡਵਾਂਟੇजेस ਜ਼ਿਆਦੀਆਂ ਆ ਤੁਸੀਂ ਬੋਡੀ ਪੈਰਾਗ੍ਰਾਫ 1 ਦੇ ਵਿੱਚ ਇੱਕ ਐਡਵਾਂਟੇਜ ਦੇਣੀ ਆ, ਉਹਨੂੰ ਐਕਸਪਲੇਨ ਕਰਨਾ ਆ, ਐਜ਼ ਅ ਰਿਜ਼ਲਟ ਦੇਣਾ ਹੈ ਤੇ ਉਹਦੀ ਐਗਜ਼ਾਮਪਲ ਦੇਣੀ ਹੈ। ਫਿਰ ਬੋਡੀ ਪੈਰਾਗ੍ਰਾਫ 2 ਦੇ ਵਿੱਚ ਕੀ ਕਰਨਾ ਹੈ, ਤੁਸੀਂ ਫਿਰ ਉਹਦੀ ਐਡਵਾਂਟੇਜ ਦੱਸਣੀ ਆ, ਉਹਨੂੰ ਐਕਸਪਲੇਨ ਕਰਨਾ ਹੈ, ਉਹਦਾ ਕਨਸੀਕੁਐਂਸ ਦੱਸਣਾ ਹੈ ਤੇ ਉਸ ਤੋਂ ਬਾਅਦ ਜਿਹੜਾ ਬੋਡੀ ਪੈਰਾਗ੍ਰਾਫ 3 ਆ ਉਹਦੇ ਵਿੱਚ ਤੁਸੀਂ ਇੱਕ ਕੀ ਕਰਨਾ ਹੈ, ਦੇਖੋ 2 ਕਨੈਕਟਰ ਤੇ ਸਿੰਪਲ ਲੱਗਦੇ ਨੇ ਟੂ ਬਿਗਿਨ ਵਿਦ ਜਾਂ ਫਰਦਰ ਐਕਸਪਲੇਨਿੰਗ, ਕਿਉਂਕਿ ਦੋਵੇਂ ਰਿਲੇਟਡ ਹੈ ਆਪਸ ਦੇ ਵਿੱਚ।
ਹੁਣ ਤੁਸੀਂ ਉਹਦੇ ਆਪੋਜ਼ਿਟ ਜਾ ਰਹੇ ਹੋ, ਫਿਰ ਤੁਹਾਡਾ ਕਨੈਕਟਰ ਲੱਗੂਗਾ ਔਨ ਦ ਫਲਿਪ ਸਾਈਡ। ਠੀਕ ਆ, ਔਨ ਦਾ ਫਲਿਪ ਸਾਈਡ ਲਾ ਕੇ ਸਿਰਫ ਤੁਸੀਂ 3 ਲਾਈਨਾਂ ਲਿਖਣੀਆਂ। ਤੁਸੀਂ ਸਿਰਫ ਲਿਖਣਾ देयर इज द ओनली वन डाउनसाइड ऑफ दिस ट्रेंड इज दैट। ठीक है, मैं ਤੁਹਾਨੂੰ ਲਿਖ ਕੇ ਵੀ ਦੱਸ ਦਿੰਦਾ ਹੈ, ਉਹਦੇ ਨਾਲ ਤੁਹਾਨੂੰ ਜ਼ਿਆਦਾ ਕਲੈਰਿਟੀ ਪਤਾ ਲੱਗ ਜੂਗੀ। ਠੀਕ ਹੈ, ਸੋ ਸਿੰਪਲ ਤੁਸੀਂ ਕੀ ਕਰਨਾ ਹੈ, ਬੋਡੀ ਪੈਰਾਗ੍ਰਾਫ 3 ਸਪੋਜ਼ ਕਰੋ ਤੁਸੀਂ ਉਹਦੀ ਡਾਊਨ ਸਾਈਡ ਦੱਸਣੀ, ਮਤਲਬ ਨੈਗੇਟਿਵ ਦੱਸਣਾ ਹੈ। 2 ਤੁਸੀਂ ਐਡਵਾਂਟੇਜ ਦੇ ਬਣਾ ਲਏ। ਸਿੰਪਲ ਤੁਸੀਂ ਲਿਖਣਾ ਔਨ ਦਾ ਫਲਿਪ ਸਾਈਡ ਜਾਂ ਕੋਈ ਵੀ ਕਨੈਕਟਰ ਲਾ ਲਓ, ਹਾਊਐਵਰ। ਠੀਕ ਹੈ, ਔਨ ਦਾ ਫਲਿਪ ਸਾਈਡ, ਔਨ ਦਾ ਅਦਰ ਹੈਂਡ ਤੁਸੀਂ ਲਿਖ ਸਕਦੇ ਹੋ। ਉੱਥੇ ਜਿਹੜਾ ਟੌਪਿਕ ਹੈ ਸਿਰਫ ਤੁਸੀਂ ਇੱਕ ਚੀਜ਼ ਲਿਖ ਦੇਣੀ ਹੈ, देयर इज ओनली वन डाउनसाइड ऑफ दिस ट्रेंड इज, ਅੱਗੇ ਤੁਸੀਂ ਇਹਨੂੰ ਐਕਸਪਲੇਨ ਕਰ ਸਕਦੇ ਆ। ਜਿਵੇਂ ਸਪੋਜ਼ ਕਰੋ, ਜਿਵੇਂ ਕੋਈ ਆਪਾਂ ਨੂੰ ਟੌਪਿਕ ਆ ਜਾਂਦਾ ਕਿ ਆਨਲਾਈਨ ਸਟੱਡੀਜ਼ ਦੇ ਫਾਇਦੇ ਜ਼ਿਆਦੇ ਆ ਕਿ ਨੁਕਸਾਨ ਹੈ। ਠੀਕ ਹੈ, ਸਪੋਜ਼ ਕਰੋ 2 ਤੁਸੀਂ ਉਹਦੇ ਫਾਇਦੇ ਲਿਖਦੇ ਤੇ ਇੱਕ ਤੁਸੀਂ ਆਨਲਾਈਨ ਸਟੱਡੀ ਦਾ ਜਿਹੜੀ ਡਾਊਨ ਸਾਈਡ ਲਿਖਣੀ ਹੈ, ਤੁਸੀਂ ਲਿਖ ਸਕਦੇ देयर इज द ओनली वन डाउनसाइड ऑफ दिस ट्रेंड इज that writing skills will be demolished। ठीक है, ਜਿਹੜੀਆਂ ਰਾਈਟਿੰਗ ਸਕਿੱਲਸ ਹੈ ਜਿਹੜੀਆਂ ਉਹ ਖਤਮ ਹੋ ਜਾਣਗੀਆਂ ਬੱਚਿਆਂ ਦੀਆਂ, ਕਿਉਂਕਿ ਆਨਲਾਈਨ ਸਟੱਡੀ ਦੇ ਵਿੱਚ ਕੀ ਹੁੰਦਾ ਹੈ, ਬੱਚੇ ਸਿਰਫ ਦੇਖਦੇ ਆ, ਵਿਜ਼ੂਅਲਾਈਜ਼ ਕਰਦੇ ਆ, ਸੁਣਦੇ ਆ, ਕੋਈ ਨੋਟਸ ਨਹੀਂ ਬਣਾਉਂਦੇ, ਜਿਹਦੇ ਨਾਲ ਕੀ ਹੁੰਦਾ ਕਿ ਆਨਲਾਈਨ ਸਟੱਡੀ ਕਰਨ ਦੇ ਨਾਲ ਬੱਚਿਆਂ ਦੀਆਂ ਰਾਈਟਿੰਗ ਸਕਿੱਲਸ ਹੈ ਜਿਹੜੀਆਂ ਉਹ ਖਤਮ ਹੋ ਜਾਣਗੀਆਂ ਬਿਲਕੁਲ। ਸੋ ਤੁਹਾਨੂੰ ਇੱਕ ਜਿਹੜੀ ਹੈ ਉਹ ਤੁਸੀਂ ਉਹਦਾ ਡਾਊਨ ਸਾਈਡ ਲਿਖ ਦੇਣੀ, ਇਹਨੂੰ ਕੋਈ ਐਕਸਪਲੇਨ ਕਰਨ ਦੀ ਲੋੜ ਨਹੀਂ ਹੈ, ਜਸਟ 1 2 3 4 5 3-4 ਲਾਈਨਾਂ ਦੇ ਵਿੱਚ ਤੁਸੀਂ ਸਿਰਫ ਉਹਦੀ ਇੱਕ ਡਾਊਨ ਸਾਈਡ ਦੱਸ ਦਿਓ ਤੇ ਤੁਹਾਡਾ ਐਸੇ ਪਤਾ ਲੱਗ ਜੂਗਾ ਕਿ ਹਾਂ ਐਡਵਾਂਟੇजेस ਜ਼ਿਆਦੀਆਂ ਹੈ, ਮਤਲਬ ਉਹਨੇ 2 ਬੀਬੀ ਪੂਰੇ ਐਕਸਪਲੇਨ ਕੀਤੇ ਆ ਤੇ ਇੱਕ ਉਹਦੀ ਨੈਗੇਟਿਵ ਸਾਈਡ ਦੱਸ ਦਿੱਤੀ। ਇਹਦੇ ਨਾਲ ਤੁਹਾਡੀ ਕਲੈਰਿਟੀ ਆਊਗੀ ਐਸੇ ਦੇ ਵਿੱਚ। ਹੁਣ ਇਹਦੇ ਆਪੋਜ਼ਿਟ ਚੱਲ ਜਾਈਏ, ਸਪੋਜ਼ ਕਰੋ ਤੁਹਾਡੇ ਕੋਲ 2 ਇਹਦੇ ਨੈਗੇਟਿਵ ਆ, ਸਪੋਜ਼ ਕਰੋ ਤੁਹਾਨੂੰ ਲੱਗਦਾ ਕਿ ਇਹਦੀਆਂ ਡਿਸਐਡਵਾਂਟੇਜ ਆ ਰਹੀਆਂ, ਤੁਸੀਂ 2 ਇਹਦੀਆਂ ਡਿਸਐਡਵਾਂਟੇजेस ਲਿਖ ਦਿਓ, ਉਹਨਾਂ ਨੂੰ ਐਕਸਪਲੇਨ ਕਰ ਦਿਓ। ਤੇ ਇੱਥੇ ਜੇ ਮੈਂ ਲਿਖਿਆ ਸੀ देयर इज द ओनली वन डाउनसाइड ऑफ दिस ट्रेंड, ਇਹਦੀ ਜਗ੍ਹਾ ਤੇ ਚੇਂਜ ਕਰਕੇ ਲਿਖੋ देयर इज द ओनली वन पॉजिटिव साइड ऑफ दिस ट्रेंड इज दैट, ਉਹ ਪੋਜ਼ਿਟਿਵ ਕਰ ਦਿਓ। ਠੀਕ ਆ, ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਐਸੇ ਨੂੰ ਕਲੈਰਿਟੀ ਨਾਲ ਲਿਖ ਸਕਦੇ ਹੋ। BP1 ਕਿਸ ਤਰ੍ਹਾਂ ਲਿਖਣਾ ਹੈ ਇਹਦੇ ਰਿਗਾਰਡਿੰਗ ਮੈਂ ਵੀਡੀਓਜ਼ ਬਣਾਈਆਂ, ਪਲੀਜ਼ ਮੇਰੇ ਚੈਨਲ ਤੇ ਜਾ ਕੇ ਵੀਡੀਓਜ਼ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਆ ਕਰੋ। ਮੈਂ ਆਪਣੇ ਵੀਡੀਓਜ਼ ਦੇ ਵਿੱਚ ਕੋਸ਼ਿਸ਼ ਕਰਦਾ ਹਾਂ ਕਿ ਪੂਰੀ ਐਕੂਰੇਸੀ ਲੈ ਕੇ ਆਵਾਂ, ਪੂਰੀ ਚੀਜ਼ ਨੂੰ ਡੀਪਲੀ ਤੁਹਾਨੂੰ ਸਮਝਾਵਾਂ ਤੇ ਬਿਲਕੁਲ ਸਹੀ ਤਰੀਕੇ ਨਾਲ ਸਮਝਾਵਾਂ ਤੇ ਸਟ੍ਰੇਟ ਫਾਰਵਰਡ ਸਮਝਾਵਾਂ, ਗੱਲਾਂ ਇੱਧਰ ਉੱਧਰ ਦੀਆਂ ਨਾ ਕਰਾਂ। ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਐਸੇ ਜਿਹੜਾ ਵਾ ਉਹ ਪੈਨ ਡਾਊਨ ਕਰੋਗੇ, ਤੁਹਾਡੇ ਐਸੇ ਚੋਂ ਬੈਂਡ ਸਕੋਰ ਜ਼ਰੂਰ ਹੋਣਗੇ, ਤੁਹਾਡੇ ਰਾਈਟਿੰਗ ਚੋਂ 5.5 ਸਕੋਰ ਜਿਹੜੇ ਉਹ ਨਹੀਂ ਰਹਿਣਗੇ। ਹੁਣ ਗੱਲ ਆ ਗਈ ਕਿ ਤੁਸੀਂ ਥੀਸਿਸ ਸਟੇਟਮੈਂਟ ਕੀ ਲਿਖਣੀ ਹੈ। ਹੁਣ ਵੇਖੋ, ਜੇ ਆਪਣੀ ਥੀਸਿਸ ਸਟੇਟਮੈਂਟ ਸਿੰਪਲ ਐਡਵਾਂਟੇਜ ਡਿਸਐਡਵਾਂਟੇਜ ਦਾ ਤੇ ਆਪਾਂ ਲਿਖ ਦਿੰਨੇ ਆ ਕਿ ਦਿਸ ਐਸੇ ਵਿਲ ਹਾਈਲਾਈਟ ਦ ਪੋਜ਼ਿਟਿਵ ਐਂਡ ਡਿਸਐਡਵਾਂਟੇਜ, ਤੁਸੀਂ ਲਿਖ ਦਿੰਦੇ ਸਿੰਪਲ ਕਿ ਦਿਸ ਐਸੇ ਵਿਲ ਹਾਈਲਾਈਟ ਦ ਪੋਜ਼ਿਟਿਵ ਐਂਡ ਨੈਗੇਟਿਵ ਸਾਈਡ ਆਫ ਦਿਸ ਟ੍ਰੈਂਡ ਇਨ ਦ ਅਪਕਮਿੰਗ ਪੈਰਾਗ੍ਰਾਫ। ਬਟ ਜੇ ਆਪਾਂ ਦੱਸਣਾ ਹੋਵੇ ਕਿ ਇਹਦੀਆਂ ਐਡਵਾਂਟੇजेस ਜ਼ਿਆਦੀਆਂ ਤੇ ਫਿਰ ਆਪਣੀ ਥੀਸਿਸ ਕੀ ਹੋਊਗੀ, ਤੇ ਜੇ ਮੈਨੂੰ ਲੱਗਦਾ ਇਹਦੀਆਂ ਡਿਸਐਡਵਾਂਟੇਜ ਜ਼ਿਆਦੀਆਂ ਫਿਰ ਆਪਣੀ ਥੀਸਿਸ ਕੀ ਹੋਊਗੀ, ਫਿਰ ਤੇ ਥੀਸਿਸ ਆਪਾਂ ਲਿਖ ਹੀ ਨਹੀਂ ਸਕਦੇ। ਉਹਦੇ ਲਈ ਆਪਾਂ ਥੀਸਿਸ ਕੀ ਲਿਖਣੀ ਹੈ, ਹੁਣ ਤੁਸੀਂ ਧਿਆਨ ਨਾਲ ਵੇਖਿਓ, ਮੈਂ ਤੁਹਾਨੂੰ ਦੱਸੂਗਾ ਜੇ ਇਫ ਐਡਵਾਂਟੇजेस ਆਰ ਮੋਰ ਤੇ ਕਿਹੜੀ ਥੀਸਿਸ ਆਉਣੀ ਚਾਹੀਦੀ ਹੈ, ਇਫ ਡਿਸਐਡਵਾਂਟੇਜ ਆਰ ਮੋਰ ਤੇ ਕਿਹੜੀ ਥੀਸਿਸ ਆਉਣੀ ਚਾਹੀਦੀ ਹੈ, ਉਹ ਮੈਂ ਤੁਹਾਨੂੰ ਹੁਣੇ ਲਿਖਵਾ ਦਿੰਦਾ। ਤੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਸਾਰੇ ਐਸੇ ਦੀ ਇੱਕ ਪ੍ਰੋਪਰ ਵੀਡੀਓ ਬਣਾ ਕੇ ਹਰੇਕ ਐਸੇ ਦੀ ਥੀਸਿਸ ਸਟੇਟਮੈਂਟ ਲਿਖਾਉਂਗਾ, ਜਿਹਨੂੰ ਆਪਾਂ ਟਾਸਕ ਰਿਸਪੌਂਸ ਕਹਿ ਦਿੰਦੇ ਆ। ਟਾਸਕ ਰਿਸਪੌਂਸ ਗਲਤ ਹੋ ਗਿਆ, ਐਸੇ ਸਮਝੋ ਆਪਣਾ ਗਿਆ। ਇਸ ਕਰਕੇ ਉਹ ਵੀਡੀਓ ਬਹੁਤ ਇੰਪੋਰਟੈਂਟ ਹੋਊਗੀ, ਦੇਖਿਓ ਜ਼ਰੂਰ, ਚੈਨਲ ਨਾਲ ਜੁੜੇ ਰਹੋ। ਠੀਕ ਹੈ, ਹੁਣ ਮੈਂ ਤੁਹਾਨੂੰ ਉਹਦੀ ਥੀਸਿਸ ਦੱਸਦਾ ਕਿ ਇਫ ਐਡਵਾਂਟੇजेस ਆਰ ਮੋਰ ਤੇ ਕਿਹੜੀ ਥੀਸਿਸ ਲਿਖਣੀ ਹੈ ਤੇ ਇਫ ਡਿਸਐਡਵਾਂਟੇਜ ਆਰ ਮੋਰ ਤੇ ਕਿਹੜੀ ਥੀਸਿਸ ਤੁਸੀਂ ਲਿਖ ਸਕਦੇ ਹੋ। ਮੈਂ ਉਮੀਦ ਕਰਦਾ ਕਿ ਆਹ ਜਿਹੜੀ ਚੀਜ਼ ਮੈਂ ਤੁਹਾਨੂੰ ਸਮਝਾਈ ਆ ਇਹ ਤਰੀਕੇ ਨਾਲ ਤੁਹਾਨੂੰ ਸਮਝ ਲੱਗੀ ਹੋਊਗੀ। ਨਹੀਂ ਸਮਝ ਆਈ ਰਿਵਾਈਂਡ ਕਰਕੇ ਦੁਬਾਰਾ ਦੇਖ ਲਓ। ਐਡਵਾਂਟੇजेस ਜ਼ਿਆਦੀਆਂ ਲੱਗਦੀਆਂ ਤੁਹਾਨੂੰ, ਦੈਨ ਤੁਹਾਡੀ ਥੀਸਿਸ ਸਟੇਟਮੈਂਟ ਇਹ ਹੋਊਗੀ ਦਿਸ ਐਸੇ ਵਿਲ ਹਾਈਲਾਈਟ ਦੈਟ ਦਿਸ ਇਜ਼ ਸਰਟਨਲੀ ਐਡਵਾਂਟੇਜੀਅਸ। ਸਰਟਨਲੀ ਮਤਲਬ ਨਿਸ਼ਚਿਤ ਰੂਪ ਦੇ ਵਿੱਚ ਇੱਕ ਐਡਵਾਂਟੇਜੀਅਸ ਅਪਰੋਚ ਆ। डिस्पाइट मतलब बावजूद अ फ्यू इनएविटेबल ड्रॉबैक्स, बावजूद मतलब कुछ जेडे इनएविटेबल ਦਾ ਮਤਲਬ ਹੁੰਦਾ ਜਿਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ। ਠੀਕ ਹੈ, ਮਤਲਬ ਉਹਦੇ ਕੁਛ ਨਾ ਕੁਛ ਜਿਹੜੇ ਸਾਈਡ ਇਫੈਕਟ ਜਾਂ ਨੈਗੇਟਿਵ ਸਾਈਡ ਉਹਦੀ ਹੋਊਗੀ। ਇਸ ਕਰਕੇ ਆਪਾਂ ਇਹ ਥੀਸਿਸ ਲਿਖ ਸਕਦੇ ਹਾਂ this essay will highlight that this is certainly advantageous despite a few inevitable drawbacks। ਇਹ ਤੁਸੀਂ ਉਦੋਂ ਥੀਸਿਸ ਲਿਖਣੀ ਹੈ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਐਸੇ ਦੀਆਂ ਐਡਵਾਂਟੇजेस ਜ਼ਿਆਦੀਆਂ ਲਿਖਣੀਆਂ, ਤੇ ਜਦੋਂ ਡਿਸਐਡਵਾਂਟੇजेस ਜ਼ਿਆਦੀਆਂ ਲੱਗਦੀਆਂ ਉਹਦੇ ਲਈ ਥੀਸਿਸ ਕਿਹੜੀ ਲਿਖਣੀ ਉਹ ਵੀ ਮੈਂ ਤੁਹਾਨੂੰ ਹੁਣੇ ਬੋਲ। ਜਦੋਂ ਤੁਹਾਨੂੰ ਲੱਗਦਾ ਡਿਸਐਡਵਾਂਟੇजेस ਜ਼ਿਆਦੀਆਂ ਫਿਰ ਤੁਸੀਂ ਆਹ ਥੀਸਿਸ ਸਟੇਟਮੈਂਟ ਲਿਖ ਦੇਣੀ ਆ this essay will highlight that the disadvantages of this approach surpass the advantages brought by it। ਠੀਕ ਆ, ਸੋ ਇਹ ਤੁਸੀਂ ਆਪਣੀ ਜਦੋਂ ਡਿਸਐਡਵਾਂਟੇजेस ਜ਼ਿਆਦੀਆਂ ਮਤਲਬ ਕਿ ਜਦੋਂ ਤੁਸੀਂ BP1 BP2 डिसएडवांटेजेस ਦਾ ਲਿਖਣਾ ਫਿਰ ਤੁਸੀਂ ਆਪਣੀ ਥੀਸਿਸ ਸਟੇਟਮੈਂਟ ਜਿਹੜੀ ਚੇਂਜ ਕਰ ਲੈਣੀ ਹੈ। ਠੀਕ ਹੈ, ਥੀਸਿਸ ਸਟੇਟਮੈਂਟ ਤੁਹਾਨੂੰ ਪਤਾ ਨਾ ਕਿ ਆਪਾਂ ਇੰਟਰੋਡਕਸ਼ਨ ਚ ਲਿਖਦੇ ਆ, ਪਹਿਲਾਂ ਪੈਰਾਫ੍ਰੇਜ਼ ਕਰਦੇ ਆ, ਫਿਰ ਆਪਾਂ ਇੰਟਰੋਡਕਸ਼ਨ ਤੋਂ ਬਾਅਦ
टास्क रिस्पॉन्स इनू कहा जाता है कि इनू पढ़ के एग्जामिनर को पता लगता है कि बच्चे ਨੂੰ टास्क ਜਿਹੜੀ ਆ ਉਹ क्वेश्चन टाइप समझ आई है। सो इस करके बहुत चीज़ां इंपॉर्टेंट है। मैं फिर कह रहा कि मैं हर एक ऐसे दी ਤੁਹਾਨੂੰ थीसिस स्टेटमेंट ਜਿਹੜੀ ਆ ਉਹਦੀ ਇੱਕ ਵੀਡੀਓ ਬਣਾਉਂਗਾ ਸੈਪਰੇਟ, ਉਹ ਇੱਕ ਦੋ ਵੀਡੀਓਜ਼ ਦੇ ਬਾਅਦ ਆਊਗੀ ਤੇ ਉਹਨੂੰ ਵੀਡੀਓ ਨੂੰ ਜ਼ਰੂਰ ਦੇਖਿਓ। ਤੁਹਾਨੂੰ ਹਰ ਇੱਕ ਐਸੇ ਦੇ ਪਤਾ ਲੱਗ ਜੂਗਾ ਕਿ ਕਿਹੜੀ ਥੀਸਿਸ ਕਿਸ ਤਰ੍ਹਾਂ ਲਿਖਣੀ ਆ। ਤੇ ਇਸ ਤਰ੍ਹਾਂ ਲਿਖਣਾ ਬਿਲਕੁਲ ਬੰਦ ਕਰ ਦਿਓ ਕਿ I totally agree with this statement, I totally disagree with the statement, I partially agree with the statement। ਇਸ ਤਰ੍ਹਾਂ ਨਾ ਲਿਖੋ, ਇਹ ਆਪਾਂ ਨੂੰ ਬੁਕਿਸ਼ ਲੈਂਗੁਏਜ ਲੱਗਦੀ ਆ। ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਥੀਸਿਸ ਸਟੇਟਮੈਂਟ ਲਿਖੋਗੇ ਦੈਨ ਤੁਹਾਡੇ ਬੈਂਡ ਜਿਹੜੇ ਡੈਫੀਨਿਟਲੀ ਇੰਪਰੂਵ ਹੋਣਗੇ। ਤੇ ਕਈ ਬੱਚਿਆਂ ਦੇ 7 ਬੈਂਡ ਆਏ ਵੀ ਆ ਰਾਈਟਿੰਗ ਚੋਂ ਸਿਰਫ ਵੀਡੀਓਜ਼ ਦੇਖ ਕੇ, ਠੀਕ ਆ। ਸੋ ਜੇਕਰ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸ਼ੇਅਰ ਜ਼ਰੂਰ ਕਰਿਓ। ਮਿਲਦੇ ਆ ਨੈਕਸਟ ਵੀਡੀਓ 'ਚ। ਸਤਿ ਸ਼੍ਰੀ ਅਕਾਲ।